जी ਨਿੰਦਕ ਦੀ ਬੇਚੈਨੀ। हाँ जी, हुण असीं नैक्सट स्टैप लै रहे हाँ। सिम्पटम्स हो गए। निंदक बेचैन किवें हुंदा है, अपने वाल छाती मारांगे। ਨਿੰਦਕ ਨੂੰ ਰੱਬ ਕੁਝ ਨਹੀਂ ਕਹਿੰਦਾ। ਉਹ ਰੱਬ ਵੱਲੋਂ ਮੁੱਖ ਮੋੜ ਕੇ ਲੋਕਾਂ ਦੇ ਔਗਣਾਂ ਵੱਲ ਮੂੰਹ ਕਰ ਲੈਂਦਾ ਹੈ। हाँ जी, जो आएगा ना संत का निंदक परमेश्वर मारा, ਇਹਦਾ ਮਤਲਬ ਰੱਬ ਜੀ ਉਸ ਨੂੰ ਮਾਰਦੇ ਨਹੀਂ ਨੇ। ਸੰਤ का निंदक परमेश्वर मारा मीन्स ਉਹਨੇ ਆਪਣੇ ਅੰਦਰੋਂ ਰੱਬ ਜੀ ਨੂੰ ਇਗਨੋਰ ਕੀਤਾ ਹੋਇਆ ਹੈ ਆਪਣੇ ਆਪ ਨੂੰ ਮਾਰਨ ਵਾਸਤੇ, ਮੀਨਸ ਆਪਣੇ ਆਪ ਨੂੰ ਨਰਕ ਵਿੱਚ ਪਾਉਣ ਵਾਸਤੇ। ਔਰ ਇਹਦਾ ਉਹ ਤਰੀਕਾ ਕੀ ਲੱਭਦਾ ਹੈ, ਉਹ ਅੰਦਰ ਵਾਲੇ ਰੱਬ ਜੀ ਤੋਂ ਮੁੱਖ ਮੋੜ ਕੇ ਲੋਕਾਂ ਦੇ ਔਗਣਾਂ ਵੱਲ ਮੂੰਹ ਕਰ ਲੈਂਦਾ ਹੈ, ਆਪਣੀ ਬੇਚੈਨੀ ਦਾ ਕਾਰਨ ਬਣ ਜਾਂਦਾ ਹੈ, ਆਪਣੇ ਆਪ ਨੂੰ ਅਪਸੈਟ ਕਰਨ ਦਾ ਮਾਲ ਇਕੱਠਾ ਕਰ ਲੈਂਦਾ ਹੈ ਨਿੰਦਕ। ਆਪਣੇ ਆਪ ਨੂੰ ਆਪ ਦੁਖੀ ਕਰਨ ਦਾ ਰਸਤਾ ਬਣਾ ਲੈਂਦਾ ਹੈ। ਜੀ ਰੱਬ ਉਸ ਨੂੰ ਨਹੀਂ ਮਾਰਦਾ, ਬਲਕਿ ਉਹ ਆਪਣੇ ਨਿੰਦਕ ਸੁਭਾਅ ਕਾਰਨ ਮੰਦਭਾਗੀ ਅਵਸਥਾ ਵਿੱਚ ਰਹਿੰਦਾ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਇਹਨੂੰ ਕਹਿੰਦੇ ਨੇ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਨਿੰਦਕ ਸੁਭਾਅ ਹੀ ਉਸ ਨੂੰ ਆਪਣੇ ਆਪ ਵਿੱਚ ਮਾਰਦਾ ਹੈ। ਨਿੰਦਕ ਹਮੇਸ਼ਾ ਆਪਣੇ ਅੰਦਰ ਬਚਾਨ ਰਹਿੰਦਾ ਹੈ। ਜੀ ਸੰਤ ਕਾ ਨਿੰਦਕ ਖਿਨ ਟਿਕਟ ਨਾ ਪਾਏ। ਬਸ ਉਹ ਹਮੇਸ਼ਾ ਅਪਸੈਟ ਰਹਿੰਦਾ ਹੈ। ਉਹਨੂੰ ਇਹ ਹੋਏਗਾ ਮੈਂ ਦੂਜਿਆਂ ਦੇ ਬਾਰੇ ਕਿਸ ਤਰ੍ਹਾਂ ਗੱਲਾਂ ਕਰਾਂ, ਕੋਈ ਆਵੇ ਮੇਰੇ ਕੋਲ ਬੈਠੇ, ਮੈਂ ਕਿਸੇ ਨੂੰ ਫੋਨ ਕਰਾਂ, ਕਿਸ ਤਰ੍ਹਾਂ ਮੈਂ ਵੇਲ ਕੱਢਾਂ, ਮੈਂ ਕਿਸੇ ਬਾਰੇ ਗੱਲ ਕਰ ਸਕਾਂ। ਇਹ ਉਹਦੀ ਬੇਚੈਨੀ ਔਰ ਖਿਨ ਟਿਕਣ ਨਾ ਪਾਈ, ਉਹ ਇਸ ਤਰ੍ਹਾਂ ਡਿਸਟਰਬਡ ਰਹਿੰਦਾ ਹੈ। ਨਿੰਦਕ ਆਪਣੇ ਮਨ ਦੇ ਮੰਦੇ ਵੇਗ ਖਿਆਲ ਦੂਜਿਆਂ ਤੇ ਥੋਪਦਾ ਹੈ। ਹਾਂਜੀ, ਨਿੰਦਕ ਨੂੰ ਖਰੇ ਖਿਆਲ ਨਹੀਂ ਆਉਂਦੇ ਨੇ। ਨਿੰਦਕ ਨੂੰ ਆਪਣੇ ਅੰਦਰ ਮੰਦਾ ਖਿਆਲ ਆਉਂਦਾ ਹੈ, ਮੈਂ ਘਟੀਆ ਹਾਂ, ਮੈਂ ਸੱਚਾ ਇਨਸਾਨ ਨਹੀਂ ਹਾਂ, ਮੈਂ ਦੂਸਰਿਆਂ ਨੂੰ ਨਫ਼ਰਤ ਕਰਦਾ ਹਾਂ, ਮੈਂ ਬੇਈਮਾਨ ਹਾਂ, ਮੈਂ ਕਦੇ ਝੂਠ ਵੀ ਬੋਲ ਲੈਂਦਾ ਹਾਂ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਜਿਸ ਤਰ੍ਹਾਂ ਇਨਵੈਲੀਡੇਟ ਕਰ ਕਰਕੇ ਆਪਣੇ ਬਾਰੇ ਇਸ ਤਰ੍ਹਾਂ ਸੋਚਦਾ ਹੈ ਨਾ, ਔਰ ਨਿੰਦਕ ਬਣ ਜਾਂਦਾ ਹੈ ਨਾ, ਤਾਂ ਉਹਦਾ ਇਹ ਵਾਲਾ ਐਟਰੀਬਿਊਟ ਬਾਹਰ ਆਉਂਦਾ। ਇਸ ਤਰ੍ਹਾਂ ਕੀ ਹੁੰਦਾ ਹੈ, ਉਹ ਇਹ ਉਹਦਾ ਬਾਹਰ ਮੈਨੀਫੈਸਟ ਹੁੰਦਾ ਹੈ ਕਿ ਉਹ ਆਪਣੇ ਵਰਗਾ ਦੂਜਿਆਂ ਨੂੰ ਸਮਝ ਲੈਂਦਾ ਹੈ, ਕਿਉਂਕਿ ਉਹਨੂੰ ਨਿੰਦਕ ਵਾਇਰਸ ਤੰਗ ਕਰ ਰਿਹਾ ਹੈ। ਇਸ ਕਰਕੇ ਉਹ ਆਪਣੇ ਮੰਦੇ ਖਿਆਲ ਦੂਜਿਆਂ ਤੇ ਥੋਪਦਾ ਹੈ। ਨਿੰਦਕ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂ ਕਿ ਮੈਨੂੰ ਉਹ ਸਟੋਰੀ ਦੁਬਾਰਾ ਸੁਣਾਉਣੀ ਪਏਗੀ ਜਿਹੜੀ ਅਸੀਂ ਪਹਿਲਾਂ ਇੱਕ ਸੈਮੀਨਾਰ ਵਿੱਚ ਡਿਸਕਸ ਕਰ ਚੁੱਕੇ ਹਾਂ। ਇਹ ਸਟੋਰੀ ਮੈਂ ਪੜ੍ਹੀ ਸੀ 1982 ਵਿੱਚ, ਜਦੋਂ ਮੈਂ ਫਸਟ ਟਾਈਮ ਆਪਣੀ ਮਾਂ ਤੋਂ ਵਿਛੜ ਕੇ ਬੈਂਕਾਕ ਗਿਆ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਇਹ ਨਾਲ ਪੋਥੀ ਤੂੰ ਲੈ ਜਾ। ਪੋਥੀਆਂ ਜਿਹੜੀਆਂ ਦਿੱਤੀਆਂ ਸੀ ਉਹਨਾਂ ਨੇ ਮੈਨੂੰ, ਉਹ ਮੈਗਜ਼ੀਨ ਦੀ ਸ਼ੇਪ ਵਿੱਚ ਸਨ, ਔਰ ਮੈਂ ਉਹਦੇ ਵਿੱਚ ਇੱਕ ਸਟੋਰੀ ਪੜ੍ਹੀ। ਸਟੋਰੀ ਦਾ ਨਾਂ ਸੀ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ। ਤਾਂ ਤੋਂ ਮੈਂ ਇੱਕ ਕੁਆਲਿਟੀ ਸਿੱਖੀ ਜੋ ਮੇਰੀ ਮਾਂ ਨੇ ਉਸ ਬੁੱਕ ਦੇ ਥਰੂ ਮੈਨੂੰ ਸਿਖਾਈ। ਅਸੀਂ ਸਾਰੇ ਕਹਿੰਦੇ ਆ ਮੈਂ ਆਪਣੀਆਂ ਕੰਨਾਂ ਨਾਲ ਸੁਣਿਆ ਹੈ, ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਦੇਖਿਆ ਹੈ, ਐਂਡ ਵੀ ਟਰਾਈ ਟੂ ਜਸਟੀਫਾਈ ਦੂਜੇ ਨੂੰ ਲੇਬਲ ਕਰਕੇ ਅਵਗੁਣਿਆਰਾ ਥੋਪਣ ਦੇ ਬਾਰੇ, ਕਿਉਂਕਿ ਸਾਨੂੰ ਆਪਣੀ ਅੱਖਾਂ ਤੇ ਮਾਣ ਹੈ। ਮੈਂ ਆਪਣੀ ਅੱਖ ਦੇ ਨਾਲ ਕੀ ਦੇਖ ਸਕਦਾ ਹਾਂ ਜਾਂ ਕੀ ਸੁਣ ਸਕਦਾ ਇਹਨਾਂ ਕੰਨਾਂ ਦੇ ਨਾਲ। ਮੈਨੂੰ ਇਹਨਾਂ 'ਤੇ ਇਤਨਾ ਓਵਰ ਕੌਨਫੀਡੈਂਸ ਹੈ ਕਿ ਮੈਂ ਸਮਝਦਾ ਮੈਂ ਠੀਕ ਦੇਖਿਆ ਹੈ, ਮੈਂ ਠੀਕ ਹੀ ਸੁਣਿਆ ਹੈ, ਪਰ ਜ਼ਰੂਰੀ ਨਹੀਂ ਕਿ ਹੋਵੇ। ਸੋ ਸਟੋਰੀ ਸੇਜ਼ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ। ਜੋ ਇਨਸਾਨ ਕੰਨਾਂ ਦਾ ਕੱਚਾ ਹੋਏਗਾ ਔਰ ਜਿਸ ਨੂੰ ਦੇਖਣ ਦੀ ਵਿਜ਼ਨ ਪ੍ਰੋਪਰ ਨਹੀਂ ਹੋਏਗੀ ਅਕਲ, ਉਹ ਕੰਨਾਂ ਦਾ ਕੱਚਾ ਹੁੰਦਾ ਹੈ। ਸੋ ਸਟੋਰੀ ਸੀ
ਕਿ ਰਾਜਾ ਬਹੁਤ ਸ਼ਾਰਟ ਟੈਂਪਰਡ ਸੀ, ਹਮੇਸ਼ਾ ਜਲਦੀ ਤੋਂ ਜਲਦੀ ਗਲਤ ਡਿਸੀਜਨ ਲੈ ਲੈਂਦਾ ਸੀ ਔਰ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੰਦਾ ਸੀ। ਵਜ਼ੀਰ ਨੇ ਉਹਨੂੰ ਕਿਹਾ, ਰਾਜਨ ਇਹ ਜਿਹੜੇ ਪ੍ਰੂਫ ਔਰ ਇਹ ਜਿਹੜੀਆਂ ਗੱਲਾਂ ਔਰ ਜੇ ਤੁਸੀਂ ਸਾਰੀਆਂ ਗੱਲਾਂ ਸਾਬਿਤ ਹੋਣ ਤੋਂ ਬਾਅਦ ਫਟਾਫਟ ਕਿਸੇ ਬੰਦੇ ਨੂੰ ਫਾਂਸੀ ਦੇ ਦਿੰਦੇ ਹੋ, ਇਹ ਠੀਕ ਨਹੀਂ ਹੈ, ਕਿਉਂਕਿ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ। ਰਾਜਾ ਵਜ਼ੀਰ ਦੀ ਇਹ ਗੱਲ ਮੰਨਦਾ ਨਹੀਂ ਸੀ, ਲੇਕਿਨ ਇੱਕ ਦਿਨ ਐਸਾ ਹੋਇਆ ਕਿ ਰਾਜਾ ਵਜ਼ੀਰ ਦੇ ਨਾਲ ਕਿਧਰੇ ਜਾ ਰਿਹਾ ਸੀ। ਰਾਜੇ ਨੇ ਰਾਣੀ ਨੂੰ ਕਿਹਾ, ਰਾਤੀ ਮੈਂ ਲੇਟ ਆਵਾਂਗਾ। ਰਾਜਾ ਵਜ਼ੀਰ ਦੇ ਨਾਲ ਚਲਾ ਗਿਆ ਜਿੱਥੇ ਜਾਣਾ ਸੀ। ਸ਼ਾਮ ਨੂੰ ਜਦੋਂ ਆਇਆ ਤਾਂ ਰਾਜੇ ਦੇ ਕਮਰੇ ਵਿੱਚ ਪ੍ਰੋਟੋਕਾਲ ਦੇ ਮੁਤਾਬਕ ਵਜ਼ੀਰ ਨਾਲ ਆ ਕੇ ਰਾਜੇ ਨੂੰ ਉਹਦੇ ਕਮਰੇ ਵਿੱਚ ਪਹੁੰਚਾਉਣ ਆਇਆ। ਦ ਮੂਮੈਂਟ ਵਜ਼ੀਰ ਐਂਟਰਡ ਇਨਸਾਈਡ ਦ ਰੂਮ, ਉਹਨੇ ਦੇਖਿਆ ਰਾਜੇ ਦੇ ਬੈੱਡ ਤੇ ਕੋਈ ਸੁੱਤਾ ਹੋਇਆ ਹੈ। 2 persons are sleeping, 1 person is for sure, रानी सो रही है और दूसरा साथ में कोई सोया हुआ है। वजीर राजे ਨੂੰ बाहर आके कहता है, मैंने अपनी इन आँखों से देखा है कि आपके बेड के ऊपर रानी के साथ कोई सो रहा है। राजा एकदम डिसीजन लेता है, मैंने अपने कानों से आपकी बात सुन ली, आपने देखा है, इसलिए जो भी सो रहा है उसको रानी को दोनों को मार दिया जाए, फांसी की सज़ा दे दी जाए, दोनों की गर्दन उतार दी जाए। सो होया कि वज़ीर कहता है, राजन मैंने सुना है, आँखों देखी कानों सुनी भी झूठ हो सकती है, तो अगर हम बात की गहराई पर जाके देखें तो। राजा कहता नहीं नहीं, हो ही नहीं सकता। वज़ीर ने राजे ਨੂੰ मनवा लिया कि लेट अस चेक, बात की गहराई तक जाके देखते हैं। ਸਾਡੇ ਚੋਂ ਜਿतने ਲੋਕੀ ਸ਼ਾਰਟ ਟੈਂਪਰਡ ਹੁੰਦੇ ਨੇ, ਉਹਨਾਂ ਕੋਲ ਟਾਈਮ ਨਹੀਂ ਹੁੰਦਾ ਉਹ ਗੱਲ ਦੀ ਗਹਿਰਾਈ 'ਚ ਜਾਣ। ਇੱਕਦਮ ਡਿਸੀਜਨ ਲੈਣ ਦੀ ਆਦਤ ਹੁੰਦੀ ਹੈ, ਔਰ ਡਿਸੀਜਨ ਜਿਹੜਾ ਅਸੀਂ ਲੈਂਦੇ ਹਾਂ, ਵਰਡਿਕਟ ਜਿਹੜਾ ਅਸੀਂ ਦਿੰਦੇ ਹਾਂ, ਉਹਦੇ ਵਿੱਚ ਸਾਨੂੰ ਦੂਜੇ ਨੂੰ ਛੇਤੀ ਨਾਲ ਭੈੜਾ ਬਦ ਚਲਨ ਕਹਿਣ ਦਾ ਸ਼ੌਕ ਹੁੰਦਾ ਹੈ। ਸਾਡੀ ਨਿੰਦਕ ਵਾਇਰਸ ਦੀ ਹਾਈਟ ਇੱਕਦਮ ਸਾਡੇ ਸਾਹਮਣੇ ਕੋਈ ਕਿਸੇ ਦੇ ਬਾਰੇ ਭੈੜੀ ਗੱਲ ਕਰੇ, ਸਾਨੂੰ ਅੱਛੀ ਲੱਗਦੀ ਹੈ, ਬਿਕੋਜ਼ ਨਿੰਦਕ ਵਾਇਰਸ ਮੈਨੂੰ ਕਹਿੰਦਾ ਇੱਕਦਮ ਸੇ ਐਕਸੈਪਟ ਕਰ ਲੈ ਇਸਕੋ। ਪਰ ਅਸੀਂ ਸੁਣੀ ਸੁਣਾਈਆਂ ਗੱਲਾਂ ਤੇ ਬਿਲੀਫ ਰੱਖਦੇ ਹਾਂ। ਕਿਤਨੇ ਕੰਨਾਂ ਦੇ ਕੱਚੇ ਹਾਂ ਅਸੀਂ। ਵਜ਼ੀਰ ਨੇ ਰਾਜੇ ਨੂੰ ਮਨਾਇਆ ਔਰ ਕਹਿੰਦਾ, ਮੈਂ ਰਾਣੀ को उठा के लाता हूँ। ਰਾਣੀ ਨੂੰ ਉਠਾ ਕੇ ਲਿਆਇਆ। ਰਾਣੀ ਰਾਜੇ ਨੂੰ ਕੋਰੀਡੋਰ 'ਤੇ ਖੜਾ ਕੀਤਾ ਸਾਈਡ 'ਤੇ, ਔਰ ਰਾਣੀ ਨੂੰ ਲੈ ਕੇ ਆਇਆ। ਤੇ ਰਾਣੀ ਨੂੰ ਜਦੋਂ ਰਾਜੇ ਕੋਲ ਲੈ ਕੇ ਆਇਆ ਤਾਂ ਰਾਣੀ ਰਾਜੇ ਨੂੰ देख के कहती है, आप यहाँ खड़े हो, आपने अभी सोने वाले कपड़े पहने ही नहीं, ये जो शिकार करने गए थे वही कपड़े पहने हुए, तो वहाँ कौन सो रहा है? वजीर सेड, राजन लगता है कि रानी इनोसेंट है, शी डजंट नो वहाँ कौन सो रहा है, तो आपको क्या लगता है वहाँ कौन सो रहा है? कहती मैंने सोचा राजा सो रहा है। राजा वजीर ਨੂੰ ਕਹਿੰਦਾ ਹੈ, ਹੋ ਸਕਦਾ ਹੈ ਭੋਲੀ ਬਣ ਰਹੀ ਹੋਵੇ, ਮਚਲ ਰਹੀ ਹੋਵੇ, ਮਛਲੀ ਹੋਵੇ। ਉਹ ਦੂਜਾ ਬੰਦਾ ਉਠਾ ਕੇ ਲਿਆਓ। ਵਜ਼ੀਰ ਦੂਜੇ ਬੰਦੇ ਨੂੰ ਉਠਾ ਕੇ ਲਿਆਂਦਾ ਹੈ। ਜਿਉਂ ਹੀ ਰਜਾਈ ਚੁੱਕਦਾ ਹੈ ਔਰ ਉਸ ਬੰਦੇ ਨੂੰ ਜਗਾਉਂਦਾ, ਉਹ ਬੰਦਾ ਥਰ ਥਰ ਕੰਬਣਾ ਸ਼ੁਰੂ ਹੋ ਜਾਂਦਾ ਹੈ। ਉਹ मेरे को माफ़ कर दो, मैं राजा के बेड पे सो रहा था, मैंने बहुत बारी पाप किया है, मैंने गुनाह किया है, क्योंकि मैं इसके लिए डिज़र्व नहीं करता। वज़ीर ने क्या, तू तो नौकर है और नौकर होके हाउ डेयर यू स्लेप्ट ओवर हीयर। कहता है मैनू पता सी कि अज राजा लेट आएगा, और मैनू यह भी पता सी कि नाल दे महलों विच रानी काम करन गई है। मैं सोचा मैं रोज़ इस बैड नू फिक्सअप करदा, डनलप दा शनील दियाँ चादरां डाह के, कितना वधिया बैड है, इस पे लेट के कैसी नींद आती होगी। मैं ए शनील दी रजाई करके इस बैड ते लेटिया और मैं सो गया।
ਮੈਨੂੰ ਪਤਾ ਹੀ ਨਹੀਂ ਲੱਗਾ, ਇਹ ਤੁਸੀਂ ਮੈਨੂੰ ਹੁਣ ਉਠਾਇਆ ਹੈ। ਵਜ਼ੀਰ ਕਹਿੰਦਾ ਹੈ, ਰਾਜਨ ਇਹ ਵੀ ਲੱਗਦਾ ਹੈ ਇਨੋਸੈਂਟ ਹੈ। ਉਹਨੂੰ ਪੁੱਛਿਆ ਗਿਆ ਰਾਣੀ ਨੂੰ ਕਿ ਤੂੰ ਨਹੀਂ ਦੇਖਿਆ ਕਿ ਇੱਥੇ ਕੌਣ ਸੁੱਤਾ ਹੈ? ਰਾਣੀ ਕਹਿੰਦੀ ਹੈ, ਮੈਂ ਰਜਾਈ ਨੂੰ ਛੇੜਿਆ ਹੀ ਨਹੀਂ, ਮੈਂ ਸੋਚਿਆ ਤੁਸੀਂ ਬਾਹਰੋਂ ਦੂਰੋਂ ਥੱਕ ਕੇ ਆਏ ਹੋਵੋਗੇ, ਮੈਂ ਵੀ ਆ ਕੇ ਸਾਈਡ 'ਤੇ ਆਰਾਮ ਨਾਲ ਆਪਣੀ ਰਜਾਈ ਲੈ ਕੇ ਲੇਟ ਗਈ। I did not touch you, I did not bother you। ਇਹ सीन ਅੱਖਾਂ ਨਾਲ राजे ने भी देखा, वजीर ने भी देखा कि रानी के साथ बेड के ऊपर कोई सो रहा है। इस दे बारे राजे ने कन्ना नाल भी सुना कि राजन आपके बेड के ऊपर रानी के साथ कोई सो रहा है। लेकिन सारी विचों तो इनोसेंस निकल के बाहर आई, शराफत निकल के बाहर आई, असलियत निकल के बाहर आई, तो क्लीयर होया कि दोनों इनोसेंट ਹਨ। राजे ने अपना फतवा ਉਹਨਾਂ ਨੂੰ फांसी देने का मैसेज वर्डिक्ट वापस ले लिया। एंड राजे ने सीखिया समझिया। साध संगत जी, जिस दिन मेरी माँ ने मैनू ये मैगजीन दी और मैं बैंकॉक पढ़िया तो मैं एक गल सीखिया, कभी भी कोई इंसान, कोई भी लड़का या लड़की, कोई भी स्त्री मर्द के बारे में जब गंदी बात बताए तो उसको मानना नहीं है। अगर मैं मानता हूं मैं कन्ना दा कच्चा हाँ, अगर मैं मानता हूं तब मैनू निंदक वायरस बहुत बॉदर कर रहा है, मेरे अंदरों चूहे के जैसे कूद रहा है, मनु अंदरों मुक्कियां मार रहा है, क्योंकि मैनू पसंद है किसी दे बारे कोई गंदियां गल्लां कीतियां जान, क्योंकि मैं निंदक हाँ। साध संगत जी, असी सारे जर्नलिस्ट तो नहीं है ना, सही है सर नो, जर्नलिस्ट हाँ, साडी सब दी ड्यूटी नहीं है। वी आर नॉट टीवी जर्नलिस्ट, वी आर नॉट अखबारां दे राइटर्स, साडी ड्यूटी नहीं है। पर असी क्यों खबरें फैलाते हैं? फलाने का फलाने के साथ चक्कर है, ए निंदक दी बीमारी है। निंदक बीमारी वाला दूसरिਆਂ ਨੂੰ गंदी नज़र ਦੇ ਨਾਲ देखदा है। यही साडा ਇਹਦੇ पॉइंट सी कि वह दूसरिਆਂ ਤੇ थोपदा है अपने मन ਦਾ गंदा ख्याल। सो तो मैं ਇਹ प्रैक्टिस अपने जीवन ਵਿੱਚ ਕਰਨ ਦੀ पूरी कोशिश की है कि मैनू कोई भी दो इंसानों के बारे बद चलनी की गंदी गल नहीं करनी है।